2022 ਬਿਲਕੁਲ ਨਜ਼ਦੀਕ ਆ ਗਈ ਤੇ ਹੁਣ ਸਰਕਾਰ ਨੇ ਕਈ ਤਰ੍ਹਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ। ਅੱਜ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਦੇ ਸ਼ਿਕਵੇ ਸ਼ਿਕਾਇਤਾਂ ਦੂਰ ਕਰਨ ਵਾਸਤੇ ਅੱਜ ਮੀਟਿੰਗ ਬੁਲਾਈ ਆ। ਮੀਟਿੰਗ ਦੇ ਵਿੱਚ ਕੀ ਕੁਝ ਭਰੋਸਾ ਮਿਲਿਆ, ਕੀ ਕੁਝ ਨਿਚੋੜ ਹੋਇਆ, ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸੁਖਚੈਨ, ਕੀ ਲੱਗਦਾ ਤੁਹਾਨੂੰ, ਭਰੋਸੇ ਤੇ ਭਰੋਸਾ ਜਾਂ ਵਾਅਦੇ ਤੇ ਵਾਅਦਾ? देखो जी, कुछ सार्थक निकलने की उम्मीद तो जरूर की है, चाहे इनू कह सकते भरोसा ही है, पर थोड़ा जिहा विश्वास करना पेगा। बाकी संघर्ष लिए असी अगे फिर तैयार हैगे आ। साडी जिहड़ी सारिया जिहड़े प्रोग्राम वो तय ने। एक बारी असी गौरमेंट नूं टाइम देना चाहते जो दिता होया। अज जिहड़ी मुख तौर पर गल सामने आई है, एक तो जिहड़ा मोबाइल भत्ता जिहड़ा साडे कोल खोया गया सीगा उहदी वापस करन दी चिट्ठी दी जिहड़ी आ उन्होंने वादा किया। ਉਹਦੇ ਨਾਲ पे कमीशन का भी ਜਿਹੜਾ ਹੈਗਾ ਉਹ ਵਾਅਦਾ ਕੀਤਾ। ਜਿਹੜੇ ਸਾਡੇ ਕੰਟਰੈਕਟ ਦੇ ਵਿੱਚ ਆਊਟਸੋਰਸ ਵਾਲੇ ਮੁਲਾਜ਼ਮ ਆ ਉਹ ਬੜੀ ਲੰਬੇ ਸਮੇਂ ਪਿਛਲੇ ਕਈ ਦਿਨਾਂ ਤੋਂ ਨਿਰਾਸ਼ ਚੱਲ ਰਹੇ, ਕਿਉਂਕਿ ਡਿਪਾਰਟਮੈਂਟ ਇਹਨਾਂ ਨੂੰ ਕਹਿਤਾ ਕਿ ਸਾਡੇ ਕੋਲ ਐਕਸਟੈਂਸ਼ਨ ਨਹੀਂ ਹੈ, ਇਸ ਕਰਕੇ ਤੁਸੀਂ ਘਰ ਜਾਓ। ਅੱਜ ਇਹ ਫਾਈਨਲ ਹੋ ਗਿਆ ਕਿ ਉਹਦੀ ਐਕਸਟੈਂਸ਼ਨ ਦੀ ਲੈਟਰ ਇੱਕ ਅੱਧੇ ਦਿਨ ਦੇ ਵਿੱਚ ਨਿਕਲ ਆਏਗੀ। ਸੋ ਉਹਨਾਂ ਦੇ ਚਿਹਰਿਆਂ ਤੇ ਰੌਣਕ ਆਏਗੀ। ਇਸ ਦੇ ਨਾਲ ਦੀ ਨਾਲ ਜਿਹੜੇ ਸਾਡੀ ਪੁਰਾਣੀ ਪੈਨਸ਼ਨ ਸਕੀਮ ਦੀ ਗੱਲ ਆ ਉਹਦੇ ਵਿੱਚ ਫੈਮਿਲੀ ਪੈਨਸ਼ਨ ਦੀ ਗੱਲ ਕੀਤੀ ਗਈ ਵੀ ਜੇਕਰ ਸੈਂਟਰ ਦੀ ਤੁਸੀਂ ਜਿਹੜੀ ਆ ਨਿਊ ਪੈਨਸ਼ਨ ਸਕੀਮ ਦਿੱਤੀ ਉਹਦੇ ਵਿੱਚ ਇਹ ਉਪਬੰਧ ਆ, ਉਹਨਾਂ ਨੂੰ ਪੱਤਰ ਵੀ ਦਿਖਾਏ ਗਏ ਕਿ ਆਹ ਜਿਹੜੀ ਹੈਗੀ ਆ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਫੈਮਿਲੀ ਪੈਨਸ਼ਨ ਦੇ 3 ਜਿਹੜੇ ਉਹਦੇ ਵਿੱਚ ਪਾਰਟ ਰਹਿ ਗਿਆ ਉਹ ਦਿੱਤੇ ਜਾਣ। ਸੋ ਉਹਦੇ ਵਿੱਚ ਵੀ ਸਹਿਮਤੀ ਬਣੀ ਹੈ। ਤੁਸੀਂ ਇਹ ਨਹੀਂ ਕਿਹਾ ਕਿ ਸਾਡਾ ਤੇ ਮੋਬਾਈਲ ਭੱਤਾ ਬੰਦ ਕਰਦਾ ਆਪ ਲਈ ਜਾਂਦੇ ਹੋ? ਬਿਲਕੁਲ ਉਹਨਾਂ ਨੂੰ ਕਿਹਾ ਕਿ ਜਿਹੜਾ ਸਾਡਾ ਮੋਬਾਈਲ ਭੱਤਾ ਤੁਹਾਨੂੰ 300 ਰੁਪਇਆ ਦੁਖਦਾ, ਲੇਕਿਨ ਜਿਹੜੇ ਤੁਸੀਂ ਤੁਹਾਡੇ MLA ਜਾਂ ਜਿਨ੍ਹਾਂ ਨੂੰ ਤੁਸੀਂ ਕੈਬਨਿਟ ਦਾ ਰੈਂਕ ਦਿੱਤਾ ਉਹਨਾਂ ਨੂੰ ਤੁਸੀਂ 15,000 ਮੋਬਾਈਲ ਫੋਨ ਭੱਤਾ ਜਿਹੜਾ ਦਿੱਤਾ ਜਿਹੜਾ ਕਿਉਂ ਨਹੀਂ ਕੱਟਦੇ? ਤਾਂ ਉਹਨਾਂ ਨੇ ਕਿਹਾ ਵੀ ਦੱਸੋ ਅਸੀਂ ਵੀ 50% ਕਟਾ ਲਈਏ, ਖੁਸ਼ ਹੋ? ਤਾਂ ਅਸੀਂ ਕਿਹਾ ਵੀ ਜਿਹੜਾ ਸਾਡਾ ਤੁਸੀਂ ਖੋਇਆ ਉਹਨੂੰ ਵੀ ਜਿਹੜਾ ਵਾਪਸ ਕਰੋ। ਸੋ ਉਹਨਾਂ ਨੇ ਆਪਣੇ ਵਾਲੀ ਤੇ ਫਿਰ ਉਸ ਤੋਂ ਬਾਅਦ ਗੱਲ ਜਿਹੜੀ ਆ ਉਹ ਕੱਟ ਗਏ ਤੇ ਜਿਹੜੀ ਇਹ ਗੱਲ ਕਹਿ ਗਏ ਵੀ ਤੁਹਾਡਾ ਜਿਹੜਾ ਮੋਬਾਈਲ ਭੱਤਾ ਉਹ ਨਵੰਬਰ ਦੇ ਵਿੱਚ ਅਸੀਂ ਜਿਹੜੀ ਲੈਟਰ ਇਸ਼ੂ ਕਰਦੇ ਨੇ ਨਵੰਬਰ ਤੋਂ ਜਾਰੀ ਕਰ ਦਿੱਤਾ ਜਾਏਗਾ। ਸਾਡੇ ਰਿਟਾਇਰੀ ਸਾਥੀ ਨੇ ਇਹ ਵੀ ਉੱਤੇ ਗੱਲ ਕਹੀ ਕਿ ਜਿਹੜਾ ਪੁਰਾਣਾ ਜਿਹੜਾ ਸਾਡਾ ਨਿਕਲਦਾ ਬੈਲੈਂਸ ਜਿਹੜਾ ਤੁਸੀਂ ਕੱਟਿਆ ਉਹ ਵੀ ਵਾਪਸ ਦਿੱਤਾ ਜਾਵੇ। ਸੋ ਇਹਦੇ ਨਾਲ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਤੁਹਾਨੂੰ ਦੱਸਿਆ ਵੀ ਉਹਦੇ ਜਿਹੜੇ ਟੂਲ ਉਹ ਵੀ ਨਾਲ ਦੀ ਨਾਲ ਉਹਨਾਂ ਨੇ ਇਹ ਦੱਸਿਆ ਕਿ 2 ਸਟੇਟਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਜਿਹੜੀ ਆ ਨਵੀਂ ਪੈਨਸ਼ਨ ਸਕੀਮ ਵਾਪਸ ਲੈ ਕੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਸ਼ੁਰੂ ਕਰਤੀ ਆ। ਕਿਹੜੀਆਂ ਸਟੇਟਾਂ ਨੇ? ਇੱਕ ਆਂਧਰਾ ਪ੍ਰਦੇਸ਼ ਆ ਤੇ ਇੱਕ ਦੂਸਰੀ ਛੱਤੀਸਗੜ੍ਹ। ਉਹਨਾਂ ਦੋਨੋਂ ਸਟੇਟਾਂ ਨੇ ਜਿਹੜੀ ਆ ਉਹ ਨਵੀਂ ਪੈਨਸ਼ਨ ਸਕੀਮ ਵਾਪਸ ਲੈ ਕੇ ਪੁਰਾਣੀ ਜਾਰੀ ਕਰਤੀ ਆ। ਔਰ ਇਹਦੇ ਵਿੱਚ ਕੇਰਲਾ ਨੇ ਇੱਕ ਮਨਪ੍ਰੀਤ ਕਈ ਵਾਰ ਕਹਿ ਚੁੱਕਾ ਹੈਗਾ ਕਿ 100 ਰੁਪਏ ਚੋਂ 70-75 ਰੁਪਏ ਤਾਂ ਅਸੀਂ ਤਨਖਾਹ ਤੇ ਪੈਨਸ਼ਨਾਂ ਦੇ ਦਿੰਦੇ ਕਿ ਉਹ ਪੁਰਾਣੀ ਜਿਹੜੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਗੇ। ਉਹਦੇ ਵਿੱਚ ਤੇ ਇਹਨਾਂ ਨੂੰ ਫਾਇਦਾ ਇਹੀ ਤੁਹਾਨੂੰ ਦੱਸਿਆ ਗਿਆ ਵੀ ਇਹ ਚੀਜ਼ ਤੁਹਾਨੂੰ ਕਿਉਂ ਨਹੀਂ ਸਮਝ ਆ ਰਹੀ? ਤੁਸੀਂ ਸਰਕਾਰ ਚਲਾ ਰਹੇ ਹੋ ਕਿ 10,000 ਕਰੋੜ ਰੁਪਈਆ 10,000 ਕਰੋੜ ਰੁਪਈਆ ਤੁਸੀਂ ਸੈਂਟਰ ਨੂੰ ਦਿੱਤਾ ਹੋਇਆ NPS ਦੇ ਵਿੱਚ, ਕਿਉਂ ਨਹੀਂ ਤੁਸੀਂ ਉਹ ਬੰਦ ਕਰਕੇ ਇੱਥੇ ਦਿਓ? ਕਿਉਂਕਿ ਜਿਹੜੀ ਰਿਟਾਇਰਮੈਂਟ ਆ ਨਵੇਂ ਸਾਥੀ ਉਹ 1940-45 ਤੋਂ ਬਾਅਦ ਸ਼ੁਰੂ ਹੋਣੀ ਆ ਕਿ ਉਦੋਂ ਤੱਕ ਅਸੀਂ ਪੰਜਾਬ ਨੂੰ ਸੁਧਾਰ ਨਹੀਂ ਸਕਦੇ। ਹੁਣ ਉਹ ਕਿਸ ਰਾਜਾ ਦੀ ਪਰਜਾ ਆਣੀ ਆ ਉਹ ਤੇ ਫਿਰ ਦੇਖਾਂਗੇ। ਸੋ ਇਹ ਆ ਵੀ ਇਸ ਸਮੇਂ ਜਿਹੜੀ ਨੀਡ ਆ ਉਹ ਆ 10,000 ਕਰੋੜ ਰੁਪਈਆ ਵਾਪਸ ਲਿਆਇਆ ਜਾਵੇ ਤੇ ਜਿਹੜੀ ਆ ਉਹ ਪੁਰਾਣੀ ਸਕੀਮ ਜਿਹੜੀ ਆ ਲਾਗੂ ਉਹ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੀ ਆ ਉਹਨਾਂ ਦੇ ਸਮਝ ਦੇ ਵਿੱਚ ਆ ਗਈ ਆ। ਤੇ ਇਸ ਸਮੇਂ ਮੈਨੂੰ ਲੱਗਦਾ ਕਿ ਜੇ ਉਹ ਵਧੀਆ ਰਾਜਨੀਤੀਵਾਨ ਹੋਣਗੇ ਤਾਂ ਜ਼ਰੂਰ ਸੋਚਣਗੇ। ਸਰ ਜੀ, ਉਹ ਇੱਕ ਵੀ ਹੈ ਕਿ ਹੁਣ ਜਿਹੜੀ ਨਵੀਂ ਭਰਤੀ ਕਰਨਗੇ ਉਹ ਸੈਂਟਰ ਪੈਟਰਨ ਤੇ ਹੋਏਗੀ ਪੰਜਾਬ ਪੈਟਰਨ ਤੇ? ਇਹ ਨਵੀਂ ਭਰਤੀ ਤਾਂ ਹਾਲੇ ਉਹਨੇ ਸੈਂਟਰ ਪੈਟਰਨ ਦੀ ਗੱਲ ਕਹੀ ਹੈ। ਇਹ ਤੇ ਬੜੀ ਬਹਿਸ ਹੋਈ ਹੈ ਜੇ ਨਵੀਂ 2 ਸਕੇਲ ਕਿਵੇਂ ਹੋਣਗੇ, ਨਵਿਆਂ ਤੇ ਸੈਂਟਰ ਦੇ। ਉਹ ਕਹਿੰਦੇ ਜੀ ਪੁਰਾਣਿਆਂ ਤੇ ਅਸੀਂ ਸੈਂਟਰ ਦੇ ਸਕੇਲ ਲਾਗੂ ਨਹੀਂ ਕਰਾਂਗੇ। ਨਵਿਆਂ ਨੂੰ ਸੈਂਟਰ ਦੇ ਤੇ ਪੁਰਾਣਿਆਂ ਨੂੰ ਪੰਜਾਬ ਦੇ ਸਕੇਲ। ਉਹ ਕਹਿੰਦੇ ਜੀ 2 ਹੋਣਗੇ। ਮੈਂ ਕਿਹਾ ਇਹ ਨਹੀਂ ਹੋ ਸਕਦਾ। ਆਹ 2 ਪੈਨਸ਼ਨਾਂ ਕੀਤੀਆਂ, ਇੱਕ ਪੁਰਾਣੀ ਪੈਨਸ਼ਨ ਇੱਕ ਨਵੀਂ ਪੈਨਸ਼ਨ। ਹੁਣ ਵਿਡਰਾਲ ਦਾ ਰੌਲਾ ਪੈ ਰਿਹਾ। ਕਹਿੰਦੇ ਪੰਜਾਬ ਦੇ ਮੁਲਾਜ਼ਮ ਦੁਖਦੇ ਬਹੁਤ ਆ, ਪੂਰੇ ਇੰਡੀਆ 'ਚ ਸਭ ਤੋਂ ਵੱਧ ਜੇ ਤਨਖਾਹ ਬਹੁਤ ਪੰਜਾਬ ਦੇ ਮੁਲਾਜ਼ਮਾਂ ਦੀ ਆ। ਨਹੀਂ, ਇਹ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਹੈ ਕਿਸੇ ਨੇ ਖੋਹ ਕੇ ਨਹੀਂ ਲਿੱਤੀ। ਇਹਦੇ 'ਚ ਹਾਈ ਕੋਰਟ ਦੇ 5 ਵਾਰੀ ਜੱਜ ਆਏ ਆ, ਇੱਕ ਉਹਦੇ ਚੀਫ ਜਸਟਿਸ ਵੀ ਆਇਆ। ਇਹ ਜੱਜਾਂ ਨੇ ਤੈਅ ਕੀਤੀ ਆ, ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਤੈਅ ਕੀਤੀ ਆ। ਪੰਜਾਬ ਦੇ ਵਿੱਚ ਕੀ ਮੁਸ਼ਕਲਾਂ ਹੈ, ਕੀ ਸਰਕਾਰ ਆਮਦਨ ਆ, ਕੀ ਖਰਚਾ ਹੈ, ਇਹ ਸਾਰੇ ਕੁਛ ਉਹਨਾਂ ਨੇ ਤੈਅ ਕੀਤੇ ਆ। ਵੱਡੀਆਂ ਹੜਤਾਲਾਂ ਹੋਈਆਂ 3-3 ਦਿਨ ਦੀਆਂ ਲਗਾਤਾਰ। ਲੱਗਦਾ ਕਿ ਬੋਝ ਲੱਗਣ ਲੱਗ ਪਏ ਸਰਕਾਰ ਨੂੰ ਮੁਲਾਜ਼ਮ ਬੋਝ ਲੱਗਣ। ਬੋਝ ਤਾਂ ਅਸੀਂ ਲਾ ਦਿਆਂਗੇ ਜਿੱਦਣ ਹਟ ਜੂਗਾ ਲੱਗਣ ਤੇ। ਹਾਲੇ ਮੁਲਾਜ਼ਮ ਨਰਮ ਬੈਠੇ ਆ। ਐਜੀਟੇਸ਼ਨ ਕਰੋਨਾ ਦੇ ਮਹਾਮਾਰੀ ਕਰਕੇ ਢਿੱਲੀ ਹੋ ਗਈ ਐਜੀਟੇਸ਼ਨ। ਇਹਨਾਂ ਨੇ ਉਹ ਸਾਰਾ ਕੁਝ ਕਈ ਉਲਟ ਪੁਲਟ ਕਰਨ ਦਾ ਯਤਨ ਕੀਤਾ ਹੈ। ਉਹ ਕਰੋਨਾ ਤਾਂ ਗਿਆ,
ਇਹ ਤਾਂ ਕਿਸਾਨਾਂ ਦੀ ਐਜੀਟੇਸ਼ਨ ਨੇ ਭਜਾਤਾ ਕਰੋ। ਰਹਿੰਦਾ ਖੁੰਦਾ ਤੁਸੀਂ ਭਜਾ ਦੋਗੇ? ਇੰਨਾ ਖੁੰਦਾ ਹੁਣ ਅਸੀਂ ਭਜਾ ਦੇਣਾ। 11 ਤਰੀਕ ਨੂੰ ਮੀਟਿੰਗ ਆ ਲੁਧਿਆਣੇ, ਉਹਦੇ 'ਚ ਬਹੁਤ ਵੱਡੇ ਫੈਸਲੇ ਲਿੱਤੇ ਜਾਣਗੇ ਅਗਲੇ ਸੰਘਰਸ਼ ਦੇ। ਤੁਹਾਨੂੰ ਲੱਗਦਾ ਕਿ ਉਹ ਹਰ ਵਾਰ ਤੁਹਾਡਾ ਆ ਜਾਂਦਾ ਲੋਹੜੀ, ਦੀਵਾਲੀ, ਵਿਸਾਖੀ, ਨਵਾਂ ਸਾਲ, ਉਹ ਡੀਆ ਜਿਹੜਾ ਲੰਗੜਾ ਮਿਲਦਾ ਰਿਹਾ ਹੁਣ ਪੂਰਾ ਮਿਲੂਗਾ ਕਿ ਨਹੀਂ ਮਿਲੂਗਾ? ਇਹ ਵੀ ਕੋਈ ਗੱਲਬਾਤ ਹੋਈ? ਦੇਖੋ, ਵਿੱਤ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਹੈਗਾ ਵੀ ਜੇਕਰ ਸੈਂਟਰ ਨੇ 9000 ਕਰੋੜ ਰੁਪਇਆ ਸਾਨੂੰ GST ਕਿਸ਼ਤ ਦੇਤੀ ਤੇ ਅਸੀਂ ਦੀਵਾਲੀ ਤੋਂ ਪਹਿਲਾਂ ਤੁਹਾਡਾ DA ਜਾਰੀ ਕਰਾਂਗੇ, ਲਾਜ਼ਮੀ ਕਰਾਂਗੇ। ਜੇ ਨਾ ਦਿੱਤਾ ਸੈਂਟਰ ਨੇ ਫਿਰ ਤਾਂ ਸਮਝ ਲਓ ਨਾ ਹੀ ਹੈ। ਉਹਦਾ ਕਹਿੰਦਾ ਵੀ ਜੇ ਤਾਂ ਬਾਲ ਸਿੱਟਤੀ ਹੁਣੇ ਨਾ ਸਮਝ ਲਓ। ਹਾਂਜੀ, ਹੁਣੇ ਨਾ ਸਮਝ ਲਓ। ਉਹ ਤਾਂ ਸਮਝ ਲਓ ਨਾ ਹੀ। ਭਰੋਸਾ ਹੈ, ਮੈਂ ਭਰੋਸਾ ਕਹਿ ਰਿਹਾ ਹਾਂ ਗੱਲ ਨੂੰ ਜੀ। ਬਾਕੀ ਜਿਹੜਾ NPS ਦਾ ਇਹਨਾਂ ਨੇ ਕਿਹਾ ਹੈਗਾ ਵੀ ਪੁਰਾਣੀ ਪੈਨਸ਼ਨ ਇਹ ਲਾਗੂ ਕਰਨ ਬਾਰੇ ਹੈ, ਉਹ ਜਿਹੜੀ ਰੈਡੀ ਸਾਹਿਬ ਦੀ ਚੇਅਰਮੈਨ ਦੇ ਹੱਲੇ ਆਪਣਾ ਥੱਲੇ ਕਮੇਟੀ ਬਣੀ ਸੀਗੀ, ਉਹ ਇਹਨਾਂ ਨੇ ਭਰੋਸਾ ਦਿੱਤਾ ਵੀ ਇਹ ਜਲਦੀ ਉਹਦਾ ਜਾਣੀ ਕਿ ਕਮੇਟੀ ਦਾ ਜਿਹੜਾ ਫੈਸਲਾ ਹੈ ਉਹੀ ਸਮਾਬੰਧ ਕਰਕੇ ਉਹਨੂੰ ਰਿਪੋਰਟ ਆ ਜਿਹੜੀ ਉਹਦੀ ਉਹ ਤੁਰੰਤ ਅਸੀਂ ਲੈ ਰਹੇ ਹਾਂ। ਅੱਜ ਦੀ ਮੀਟਿੰਗ ਦੇ ਵਿੱਚ ਇਹੀ ਕਿਹਾ ਗਿਆ ਕਿ ਪੰਜਾਬ ਦੇ ਹਾਲਾਤ ਮਾੜੇ ਨਹੀਂ, ਸੈਂਟਰ ਨੇ ਸਾਡੀ GST ਨਹੀਂ ਦਿੱਤੀ ਹੈਗੀ, ਅਸੀਂ ਕਿੱਥੋਂ ਤੁਹਾਡੀਆਂ ਜਿਹੜੀਆਂ ਵਾਅਦੇ ਨੇ ਉਹ ਕਿੱਥੋਂ ਪੂਰੇ ਕਰ ਦਈਏ ਜੀ? ਗੱਲ ਇਹ ਹੈਗੀ ਆ, ਇਹ ਪਹਿਲੀ ਤਾਂ ਗੱਲ ਇਹ ਵੀ ਜਿਹੜਾ ਇਹ ਕਹਿ ਰਿਹਾ ਵੀ ਸੈਂਟਰ ਗਵਰਨਮੈਂਟ ਦੇ ਸਕੇਲ ਦੇਣੇ ਆ। ਸੈਂਟਰ ਗਵਰਨਮੈਂਟ ਦੇ ਨਰਸ ਦਾ ਜਿਹੜਾ ਸਕੇਲ ਹੈਗਾ ਉਹ 4200 ਗ੍ਰੇਡ ਦਾ, ਅਧਿਆਪਕ ਦਾ ਵੀ 4200 ਗ੍ਰੇਡ ਦਾ ਪੇ ਚੱਲ ਰਹੀ ਹੈ, ਪਰ ਇਹਨਾਂ ਨੇ 3000 ਦਾ ਦਿੱਤਾ ਸੀਗਾ, ਘੱਟ ਦਾ ਸਕੇਲ ਦਿੱਤਾ ਸੀਗਾ। ਪੰਜਾਬ ਦਾ ਪੈਨਸ਼ਨਰ, ਪੰਜਾਬ ਦਾ ਮੁਲਾਜ਼ਮ ਘਾਟੇ ਦੀ ਤਨਖਾਹ ਲੈ ਰਿਹਾ, ਘਾਟੇ ਦੀ ਪੈਨਸ਼ਨ ਲੈ ਰਿਹਾ। ਉੱਥੇ ਦਾ ਪੈਨਸ਼ਨਰ 20 ਸਾਲ ਦੀ ਸੇਵਾ ਤੇ 50 ਪੈਨਸ਼ਨ ਲੈ ਰਿਹਾ, ਇੱਥੇ 33 ਸਾਲ ਤੇ 25 ਸਾਲ ਤੇ ਲੈ ਰਿਹਾ। ਜਿਹੜੀ ਸਰਕਾਰ ਇਹ ਕਹਿ ਰਹੀ ਹੈ ਅਸੀਂ ਵੱਧ ਦੇ ਰਹੇ ਹਾਂ, ਉਹ ਬਿਲਕੁਲ ਝੂਠ ਹੈ, ਇਹ ਉਹਨਾਂ ਦੀ ਗਲਤ ਗੱਲਾਂ ਨੇ। ਸਾਡਾ ਪੰਜਾਬ ਦਾ ਮੁਲਾਜ਼ਮ ਤੇ ਪੈਨਸ਼ਨ ਘਾਟੇ ਦੀ ਪੈਨਸ਼ਨ ਲੈ ਰਿਹਾ। ਜੇ ਪੁਰਾਣੀ ਹੀ ਪੈਨਸ਼ਨ ਲੈਂਦਾ, ਪੁਰਾਣੀ ਹੀ ਤਨਖਾਹ ਲੈਂਦਾ। ਸਰਕਾਰ ਝੂਠ ਕੇ ਬੋਲਦੇ, ਵਹੀ ਖਾਤੇ ਤੇ ਤੁਹਾਡੇ ਕੋਈ ਹੁੰਦੇ ਸਾਰੇ ਕਲਰਕ, ਸੁਪਰਡੈਂਟ, ਅੰਡਰ ਸੈਕਟਰੀ, ਡਿਪਟੀ ਸੈਕਟਰੀ। ਜਿਹੜੀ ਨੀਤੀ ਹੈਗੀ ਆ ਉਹ ਸਰਕਾਰ ਤੋਂ ਕਰਦੀ ਹੈ, ਇਹ ਕਲਰਕ ਜਾਂ ਥੱਲੇ ਦਾ ਸਟਾਫ ਨਹੀਂ ਕਰਦਾ ਹੈਗਾ। ਇਹ ਵਹੀ ਖਾਤੇ ਤੇ ਤੁਹਾਡੇ ਕੋਈ ਹੁੰਦੇ ਨੇ, ਉਹ ਉੱਪਰੋਂ ਥੋਪੇ ਜਾਂਦੇ ਆ। ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਇਹ 25 ਸਾਲ ਦੇ ਕੇਸ ਵਿੱਚ ਇਹ ਹਾਈ ਕੋਰਟ 'ਚ ਅਸੀਂ ਗਏ, ਉੱਥੇ ਕਹਿੰਦੇ ਵੀ 2057 ਕਰੋੜ ਰੁਪਏ ਖਰਚਾ ਹੋਊਗਾ। ਅਸੀਂ ਉੱਥੇ ਐਫੀਡੈਵਿਟ ਲਿਆ ਇਹਨਾਂ ਤੋਂ, ਇਹ 28 ਕਰੋੜ ਦਾ ਖਰਚਾ ਇਹ ਦੱਸ ਸਕੇ ਨੇ। 28 ਕਰੋੜ ਤੇ 257 ਕਰੋੜ ਦਾ ਫਰਕ ਦੇਖੋ ਕਿੰਨਾ। ਇਹਦਾ ਮਤਲਬ ਵਿੱਤ ਵਿਭਾਗ ਜੋ ਬੋਲ ਰਿਹਾ ਉਹ ਝੂਠ ਬੋਲ ਰਿਹਾ, ਜਦ ਕਿ ਸਾਡਾ ਖਰਚਾ ਇੰਨਾ ਨਹੀਂ ਹੈਗਾ। ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਵਿੱਤ ਵਿਭਾਗ ਹੈ ਜਿਹੜਾ, ਜਦ ਕਿ ਸਾਡਾ ਜਿਹੜਾ ਖਰਚਾ ਘੱਟ ਆ, ਇਹ ਵੱਧ ਖਰਚਾ ਦੇ ਰਹੀ ਹੈਗੀ ਹੈ ਸਰਕਾਰ ਜਿਹੜੀ ਹੈਗੀ ਹੈ। ਇਸ ਤਰ੍ਹਾਂ ਜਿਹੜਾ ਹੁਣ ਖਰਚਾ ਆ ਰਿਹਾ ਹੈਗਾ, ਹੁਣ ਖਰਚਾ ਕਹਿ ਰਹੀ ਹੈ ਸਰਕਾਰ, ਅਸੀਂ ਦੇਖ ਲੈਂਦੇ ਹਾਂ। ਜੇ ਵਾਅਦਾ ਕੀਤਾ ਹੈਗਾ ਤਾਂ ਅਸੀਂ ਵੀ ਉਹਨਾਂ 'ਚ ਦੇਖਣਾ ਪਊਗਾ ਨਾ ਸਾਨੂੰ, ਲੇਕਿਨ ਉਸ ਤੋਂ ਬਾਅਦ 2022 ਹੋਊਗਾ, ਇਹਨਾਂ ਲਈ ਸੌਖਾ ਨਹੀਂ ਹੋਏਗਾ। ਅੱਛਾ, ਜਿਹੜੀ ਅੱਜ ਸੰਤੁਸ਼ਟੀ ਮਿਲੀ ਹੈਗੀ ਕਿ ਅੱਗੇ ਵੀ ਕੋਈ ਮੀਟਿੰਗ ਰੱਖ ਲਈ ਹੈਗੀ ਜੀ? ਦੇਖੋ, ਸਾਨੂੰ ਅੱਜ ਵਿੱਤ ਮੰਤਰੀ ਸਾਹਿਬ ਨੇ ਕਿਹਾ ਵੀ ਸ਼ਾਮ ਤੱਕ ਥੋੜੀ ਜਿਹੜੀ ਅਗਲੀ ਮੀਟਿੰਗ ਹੈ ਉਹ ਅਸੀਂ ਗੱਲਬਾਤ ਕਰਕੇ ਆਪਦੇ ਰੁਝੇਵਿਆਂ ਚੋਂ ਥਾਵਾਂ ਕੱਢ ਕੇ ਤੇ ਤੁਹਾਨੂੰ ਅਗਲੀ ਮੀਟਿੰਗ ਦੇ ਰਹੇ ਹਾਂ। ਅਸੀਂ ਸਮਝਦੇ ਹਾਂ ਵੀ ਜਿਹੜੀ ਅੱਜ ਦੀ ਮੀਟਿੰਗ ਹੈ, ਚਲੋ ਕੁਛ ਸਾਨੂੰ ਜਿਹੜਾ ਖੋਇਆ ਹੋਇਆ ਸੀ ਉਹ ਵਾਪਸ ਹੋਇਆ ਹੈਗਾ, ਪਰ ਅਸੀਂ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਹਾਂ ਵੀ 1 ਹਫ਼ਤੇ ਤੱਕ ਜੇ ਇਹਨਾਂ ਨੇ ਸਾਡੇ ਮੀਟਿੰਗ ਨਾ ਤੈਅ ਕੀਤੀ, ਸਾਰਾ ਕੁਝ ਜਾਰੀ ਪੱਤਰ ਕੀਤੇ, ਤਾਂ ਅਸੀਂ ਜਿਹੜੇ 1 ਹਫ਼ਤੇ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਅਸੀਂ ਜਿਹੜਾ ਭਾਰੀ ਸੰਘਰਸ਼ ਵਿੱਢਣ ਜਾ ਰਹੇ ਹਾਂ। ਕੀ ਹੋ ਗਿਆ ਐਕਸ਼ਨ ਕੀ ਹੋਏਗਾ ਜੀ? ਦੇਖੋ, ਐਕਸ਼ਨ ਕੁਛ ਵੀ ਸਰਕਾਰ ਨੂੰ ਟਾਰਗੇਟ ਕਰਨਾ ਹੈ ਅਸੀਂ। ਜਿਵੇਂ ਹੁਣ ਕਿਸਾਨ ਧਰਨੇ ਤੇ ਬੈਠੇ ਆ ਜੀ, ਅਸੀਂ ਉਹਨਾਂ ਦੇ ਨਾਲ ਵੀ ਬੈਠ ਸਕਦੇ ਹਾਂ, ਦਫ਼ਤਰਾਂ ਦਾ ਬਾਈਕਾਟ ਕਰਕੇ ਵੀ ਅਸੀਂ ਉਹਨਾਂ ਬਾਹਰ ਸੜਕਾਂ 'ਤੇ ਆ ਸਕਦੇ ਹਾਂ। ਜੋ ਸਾਡਾ ਲਿਖਿਆ ਜਾਊਗਾ ਸਰਬਸੰਮਤੀ ਨਾਲ ਯੂਨੀਅਨ ਵੱਲੋਂ ਉਹ ਅਸੀਂ ਲਾਗੂ ਕਰਾਂਗੇ। ਸਰਕਾਰ ਕਾਬੂ ਕਰ ਲਈ ਤੁਸੀਂ? ਸਰਕਾਰ ਅਸੀਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਉਹ ਦਿਨ ਦੂਰ ਨੇ ਜਦੋਂ ਸਰਕਾਰ ਗੋਡਿਆਂ ਪਰ ਨੇ ਅਸੀਂ ਕਰਕੇ ਰਵਾਂਗੇ। ਚਲੋ, ਮਿਹਰਬਾਨੀ। ਇਸ ਮੁਲਾਜ਼ਮ ਜਥੇਬੰਦੀਆਂ ਜਿੱਥੋਂ ਤੱਕ ਪੰਜਾਬ ਦਾ ਮਸਲਾ ਹੈਗਾ, ਔਰ ਵਾਰ-ਵਾਰ ਜਿਹੜੀਆਂ ਜਿਹੜੇ ਮੁਲਾਜ਼ਮਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਨੇ ਜਾਂ ਵਾਅਦਿਆਂ ਤੋਂ ਬਾਅਦ ਮੀਟਿੰਗ ਕੀਤੀ ਜਾਂਦੀ, ਮੀਟਿੰਗ ਦਰ ਮੀਟਿੰਗ ਕੀਤੀ ਜਾਂਦੀ, ਪਰ ਇੱਕ ਵੱਡਾ ਮਸਲਾ ਹੈਗਾ ਕਿ ਸਰਕਾਰ ਸਮਾਜ ਨਾਲ ਚੱਲਦੀ ਹੈਗੀ ਤੇ ਮੁਲਾਜ਼ਮ ਜਿਹੜੇ ਨੇ ਉਹ ਸਮਾਜ ਦਾ ਹਿੱਸਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਿਊਜ਼ ਚੰਡੀਗੜ੍ਹ।